बहुत बहुत धन्यवाद। किसान मजदूर एकता, किसान मजदूर एकता, बहुत बहुत धन्यवाद। बहुत बहुत धन्यवाद। एक तो बेनती है कि जेडे वीर उधर ट्रेन वाले ने उन्होंने चरणों में बेनती है इतने आ जाओ, ट्रेन हूँ चलती नहीं। बेशक वह इंजन स्टार्ट है, इंजन तां स्टार्ट है क्योंकि ये AC डब्बे ने, कुछ AC चलन खातर इन्होंने इंजन स्टार्ट रखे हुए है। तुम सारे इधर आ सकते हो, ट्रेन चलती नहीं। तो दूसरी बेनती हो रहा है कि उपर हाई वोल्टेज तारा ने जो ट्रेन के उपर की लंघदियाँ ने, कोई मेरा भी वोटर बचाने की खातर कोई ट्रेन के उपर चढ़न की कोशिश ना करे क्योंकि कोई भी घटना वापर सकती है क्योंकि हाई वोल्टेज तारा उपर की लंघदियाँ ने। सारे वीरों का बहुत बहुत धन्यवाद। किसान मजदूर एकता, किसान मजदूर एकता, बहुत बहुत धन्यवाद। बहुत बहुत धन्यवाद। एक तो बेनती है कि जेडे वीर उधर ट्रेन वाले ने उन्होंने चरणों में बेनती है इतने आ जाओ, ट्रेन हूँ चलती नहीं। बेशक वह इंजन स्टार्ट है, इंजन तां स्टार्ट है क्योंकि ये AC डब्बे ने, कुछ AC चलन खातर इन्होंने इंजन स्टार्ट रखे हुए है। तुम सारे इधर आ सकते हो, ट्रेन चलती नहीं। तो दूसरी बेनती हो रहा है कि उपर हाई वोल्टेज तारा ने जो ट्रेन के उपर की लंघदियाँ ने, कोई मेरा भी वोटर बचाने की खातर कोई ट्रेन के उपर चढ़न की कोशिश ना करे क्योंकि कोई भी घटना वापर सकती है क्योंकि हाई वोल्टेज तारा उपर की लंघदियाँ ने। सारे वीरों का जुल्म ज्यादती के खिलाफ संघर्ष कर रहे किसान मोर्चे ਵੱਲੋਂ ਜਿਹੜਾ ਰੇਲ ਰੋਕੋ ਦਾ ਸੱਦਾ ਦਿੱਤਾ ਗਿਆ, ਜਿਹੜਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਆ, ਉਹਦੇ ਲਈ ਅੱਜ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਜਲੰਧਰ ਛਾਉਣੀ ਦੇ ਰੇਲਵੇ ਸਟੇਸ਼ਨ ਦੇ ਉੱਪਰ ਹਜ਼ਾਰਾਂ ਸਾਥੀਆਂ ਸਮੇਤ ਜਿਹੜਾ ਆ ਉਹ ਟ੍ਰੇਨਾਂ ਰੁਕੀਆਂ ਹੋਈਆਂ ਆ। ਇਹ ਰੇਲ ਰੋਕੋ ਅੰਦੋਲਨ, ਇਹ ਰੇਲ ਰੋਕੋ ਅੰਦੋਲਨ ਇਕੱਲੇ ਪੰਜਾਬ ਦਾ ਹੀ ਨਹੀਂ, ਅੱਜ ਇਹ ਅੰਦੋਲਨ ਇੱਕ ਜਨ ਅੰਦੋਲਨ ਬਣ ਗਿਆ ਆ ਔਰ ਪੂਰੇ ਹਿੰਦੁਸਤਾਨ ਦਾ ਕਿਸਾਨ ਹੀ ਨਹੀਂ, ਇਹਦੇ ਵਿੱਚ ਕਿਰਤੀ, ਨੌਜਵਾਨ, ਵਿਦਿਆਰਥੀ, ਮੁਲਾਜ਼ਮ ਸਾਰੇ ਹੀ ਲੋਕਾਂ ਨੇ ਇਹਦੇ ਵਿੱਚ ਸ਼ਮੂਲੀਅਤ ਕਰ ਲਈ ਆ ਕਿਉਂਕਿ ਸਾਰੇ ਲੋਕਾਂ ਨੂੰ ਪਤਾ ਆ ਕਿ ਇਹ ਜਿਹੜੇ ਕਾਲੇ ਕਾਨੂੰਨ ਆ ਜੇ ਲਾਗੂ ਹੋ ਜਾਂਦੇ ਆ ਤੇ ਇਹਦੇ ਨਾਲ ਬਹੁਤ ਜ਼ਿਆਦਾ ਦੇਸ਼ ਨੂੰ ਨੁਕਸਾਨ ਹੋਵੇਗਾ। ਉਹਦੇ ਲਈ ਇਹਦੀ ਜਿਹੜੀ ਮਾਰ ਆ ਉਹ ਕੰਜ਼ਿਊਮਰ ਦੇ ਉੱਪਰ ਵੀ ਪੈਣੀ ਆ। ਇਹਦੇ ਲਈ ਅੱਜ ਸਾਡਾ ਫਰਜ਼ ਬਣਦਾ ਆ ਕਿ ਅਸੀਂ ਇਹਨਾਂ ਨੂੰ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਲਈ ਅੱਜ ਇਹ ਲੜਾਈ ਆਰ ਪਾਰ ਦੀ ਲੜਾਈ ਬਣ ਗਈ ਆ ਔਰ ਮੋਦੀ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਿੰਨਾ ਚਿਰ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਜਿਹੜਾ ਸੰਘਰਸ਼ ਜਿਹੜਾ ਆ ਉਹ ਜਾਰੀ ਰਹੇਗਾ। ਸਾਥੀਓ, ਵਰਲਡ ਦਾ ਦੁਨੀਆ ਦਾ ਇੱਕ ਇਤਿਹਾਸਕ ਅੰਦੋਲਨ ਚੱਲ ਰਿਹਾ ਆ ਜਿਹੜਾ ਆਉਣ ਵਾਲੇ ਇਤਿਹਾਸ ਦੇ ਵਿੱਚ ਵੇਰਵੇ ਸਹਿਤ ਵਿਸ਼ਲੇਸ਼ਣ ਵਿਸਤਾਰ ਕੀਤਾ ਜਾਏਗਾ। ਇਸ ਤਰ੍ਹਾਂ ਦਾ ਦੁਨੀਆ ਦੇ ਵਿੱਚ ਸੰਘਰਸ਼ ਨਾ ਕੋਈ ਚੱਲਿਆ, ਨਾ ਸ਼ਾਇਦ ਕਿਸੇ ਕੰਟਰੀ ਵਿੱਚ ਇਸ ਤਰ੍ਹਾਂ ਦਾ ਚੱਲੇਗਾ। ਹੁਣ ਸਾਥੀਓ, ਅੰਦੋਲਨ ਕਿਉਂ ਚੱਲ ਰਿਹਾ? ਦੁਨੀਆ ਪੁੱਛਦੀ ਆ, ਸਰਕਾਰ ਨੂੰ ਅਸੀਂ ਪੁੱਛਦੇ ਆ, ਪਰ ਸਰਕਾਰ ਕੁਝ ਦੱਸਣ ਨੂੰ ਤਿਆਰ ਨਹੀਂ। सरकार ने काले कानून बना देते और असं पूछ रहे कि सानू ये नहीं चाहिए, साढ़े हित च नहीं, लोगों के हित च नहीं है। वो कह रहे नहीं ये ठीक है कानून, तुसी गलत हो, तुहानू समझ नहीं आ रहा। इत्थे मैनू एक मिसाल याद आती आ कि एक शाहूकार दे कोल, एक सरमाएदार दे कोल एक नौकर सी। सरमाएदार नौकर नूं कहन लगा कि तू मेरी बहुत सेवा की मैं तेरी तरक्की करना चाहना है, तेरी आमदन दुगनी करना चाहना है, तेरा फायदा करना चाहना है, तू मेरी बहुत सेवा की। वो कह रहा की करना चाहने, कहता तू मेरी गल मान जा, तेरा फायदा हो जाऊगा। कहता दसो की करा? कहता तू खूह दे विच छाल मार। कहता क्यों? कहता तेरा फायदा हो जाऊगा। कहता मैनू दस की फायदा? पहला कहता खूह छाल मार, फिर मैं
ਦੱਸਾਂ ਦਾ ਕੀ ਫਾਇਦਾ ਹੋਇਆ। ਇਹ ਸਾਡੇ ਨਾਲ ਕਾਨੂੰਨ ਦੇ ਬਾਰੇ ਕਹਿ ਰਹੇ ਕਿ ਤੁਸੀਂ ਮੰਨ ਜਾਓ, ਜਦ ਤੁਸੀਂ ਲੁੱਟੇ ਜਾਓਗੇ, ਪੁੱਟੇ ਜਾਓਗੇ, ਭੁੱਖੇ ਮਰੋਗੇ, ਫਿਰ ਤੁਹਾਡਾ ਆਪਣੇ ਆਪ ਫਾਇਦਾ ਹੋ ਜਾਏਗਾ। ਦੂਸਰਾ ਸਾਨੂੰ ਕਹਿ ਰਹੇ ਆ ਕਿ ਜੇ ਕਾਨੂੰਨਾਂ ਵਿੱਚ ਕੋਈ ਤੁਹਾਨੂੰ ਗੜਬੜ ਲੱਗਦੀ ਆ, ਜੇ ਗੜਬੜ ਲੱਗਦੀ ਜੈਸੇ ਪ੍ਰਧਾਨ ਜੀ, ਇੱਕ ਮਿੰਟ ਸੁਣੋ ਜੀ, ਪ੍ਰਧਾਨ ਜੀ ਸੁਣੋ, ਜੇ ਕਾਨੂੰਨਾਂ ਵਿੱਚ ਕੋਈ ਕਹਿੰਦੇ ਗੜਬੜ ਲੱਗਦੀ ਆ ਤਾਂ ਅਸੀਂ ਉਹ ਦਿੰਦੇ ਵਾਪਸ ਲੈ ਲੈਂਦੇ ਆ, ਘੱਟ ਕਰ ਦਿੰਦੇ ਆ। ਉਹੀ ਸ਼ਾਹੂਕਾਰ ਵਾਲੀ ਫਿਰ ਗੱਲ ਯਾਦ ਆ ਗਈ ਕਿ 100% ਜ਼ਹਿਰ ਹੈ, ਉਹਦੇ ਚੋਂ ਜ਼ਹਿਰ ਦੇਣ ਵਾਲਾ ਕਹਿੰਦਾ ਮੈਂ 50% ਜ਼ਹਿਰ ਕੱਢ ਦਿੰਦਾ ਆ, ਬਾਕੀ ਜ਼ਹਿਰ ਤੂੰ ਪੀ ਲੈ। ਹੁਣ ਜਿਹੜੀ 50% ਬਚੇਗੀ ਉਹ ਸ਼ਹਿਦ ਬਣ ਜਾਊਗੀ। ਜਦੋਂ ਸਾਰੀ ਜ਼ਹਿਰ ਹੈ ਫਿਰ ਉਹ ਸਾਨੂੰ ਨਹੀਂ ਚਾਹੀਦੀ। ਸਾਧ ਸੰਗਤ ਜੀ, ਮੈਂ ਉਹਨਾਂ ਜਿਹੜੇ ਸਾਡੇ ਵਿੱਚੋਂ ਮਜ਼ਦੂਰ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਗਏ ਆ, ਉਹਨਾਂ ਦਾ ਬਹੁਤ ਧੰਨਵਾਦ ਕਰਦਾ, ਉਹਨਾਂ ਪ੍ਰਤੀ ਹਰ ਰੋਜ਼ ਅਰਦਾਸ ਕਰਿਆ ਕਰਦਾ। ਪਰ ਇੱਕ ਗੱਲ ਜ਼ਰੂਰ ਹੈ, ਇਹ ਕਿਸਾਨ ਸੰਘਰਸ਼ ਨੇ ਔਰ ਉਹ ਸ਼ਹੀਦੀਆਂ ਨੇ ਇੱਕ ਬਹੁਤ ਵੱਡੀ ਗੱਲ ਖੜੀ ਕਰ ਦਿੱਤੀ ਦੇਸ਼ ਦੇ ਮੋਹਰੇ, ਜਿਹੜੀ ਅੱਜ ਤੱਕ ਨੂੰ ਕੋਈ ਨਹੀਂ ਕਰ ਸਕਿਆ। ਉਹ ਇਹ ਗੱਲ ਸੀ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਕਰ ਦਿੱਤਾ, ਚਾਹੇ ਮੁਸਲਮਾਨ ਭਰਾ ਆ, ਚਾਹੇ ਸਿੱਖ ਆ, ਚਾਹੇ ਬੈਕਵਰਡ ਆ, ਚਾਹੇ ਸ਼ੈਡਿਊਲਡ ਕਾਸਟ ਆ, ਉਹ ਸਾਰੇ ਦੇ ਸਾਰੇ ਅੱਜ ਇੱਕ ਮੰਚ ਥੱਲੇ ਪਿੰਡਾਂ ਦੇ ਵਿੱਚ, ਸ਼ਹਿਰਾਂ 'ਚ, ਮੁਹੱਲਿਆਂ 'ਚ ਇਕੱਠੇ ਹੋ ਗਏ ਆ। ਉਹਨਾਂ ਨੂੰ ਪਤਾ ਲੱਗ ਗਿਆ ਜੋ ਗੁਰੂ ਸਾਹਿਬ ਕਹਿੰਦੇ ਸੀ ਕਿ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਹੋ, ਉਹ ਜਾਤ ਪਾਤ ਖਤਮ ਹੋ ਗਈ ਸਾਡੇ ਵਿੱਚੋਂ। ਇਸ ਕਾਰਨ ਨੂੰ ਸਾਡੇ ਸਮਾਜ ਨੂੰ, ਜਿਹੜਾ ਨੂੰ ਨਹੀਂ ਸੀ ਪਤਾ, ਉਹਨਾਂ ਨੂੰ ਸੰਵਿਧਾਨ ਦਾ ਪਤਾ ਲੱਗ ਗਿਆ। ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਸਰਕਾਰ ਕੀ ਪਾਵਰ ਹੁੰਦੀ ਆ, ਕਿੱਦਾਂ ਸਰਕਾਰ ਨੂੰ ਹਿਲਾਇਆ ਜਾ ਸਕਦਾ। ਪਰ ਇੱਕ ਗੱਲ ਜ਼ਰੂਰ ਹੈ, 2-3 ਮੁਲਕਾਂ ਦੀਆਂ ਮਿਸਾਲਾਂ ਸਾਡੇ ਸਾਹਮਣੇ ਆ। ਨੇਪਾਲ ਦੇ ਵਿੱਚ ਰਾਜ ਸੀਗਾ, ਘਰਾਣੇਬਾਜ਼ੀ ਦਾ ਰਾਜ ਚੱਲ ਰਿਹਾ ਸੀਗਾ, ਰਾਜਾ ਰਾਜੇ ਦਾ ਵੀਡੀਓ ਕਰ। ਸਾਥੀਓ, ਇਹ ਵਰਲਡ ਦਾ, ਦੁਨੀਆ ਦਾ ਇੱਕ ਇਤਿਹਾਸਕ ਅੰਦੋਲਨ ਚੱਲ ਰਿਹਾ ਆ, ਜਿਹੜਾ ਆਉਣ ਵਾਲੇ ਇਤਿਹਾਸ ਦੇ ਵਿੱਚ ਵੇਰਵੇ ਸਹਿਤ ਵਿਸ਼ਲੇਸ਼ਣ ਵਿਸਤਾਰ ਕੀਤਾ ਜਾਏਗਾ। ਇਸ ਤਰ੍ਹਾਂ ਦਾ ਦੁਨੀਆ ਦੇ ਵਿੱਚ ਸੰਘਰਸ਼ ਨਾ ਕੋਈ ਚੱਲਿਆ, ਨਾ ਸ਼ਾਇਦ ਕਿਸੇ ਕੰਟਰੀ ਵਿੱਚ ਇਸ ਤਰ੍ਹਾਂ ਦਾ ਚੱਲੇਗਾ। ਹੁਣ ਸਾਥੀਓ, ਅੰਦੋਲਨ ਕਿਉਂ ਚੱਲ ਰਿਹਾ? ਦੁਨੀਆ ਪੁੱਛਦੀ ਆ, ਸਰਕਾਰ ਨੂੰ ਅਸੀਂ ਪੁੱਛਦੇ ਆ, ਪਰ ਸਰਕਾਰ ਕੁਝ ਦੱਸਣ ਨੂੰ ਤਿਆਰ ਨਹੀਂ। ਸਰਕਾਰ ਨੇ ਕਾਲੇ ਕਾਨੂੰਨ ਬਣਾ ਦਿੱਤੇ ਔਰ ਅਸੀਂ ਉਹ ਪੁੱਛ ਰਹੇ ਕਿ ਸਾਨੂੰ ਇਹ ਨਹੀਂ ਚਾਹੀਏ, ਸਾਡੇ ਹਿੱਤ 'ਚ ਨਹੀਂ, ਲੋਕਾਂ ਦੇ ਹਿੱਤ 'ਚ ਨਹੀਂ ਹੈ। ਉਹ ਕਹਿ ਰਹੇ ਨਹੀਂ ਇਹ ਠੀਕ ਆ ਕਾਨੂੰਨ, ਤੁਸੀਂ ਗਲਤ ਹੋ, ਤੁਹਾਨੂੰ ਸਮਝ ਨਹੀਂ ਆ ਰਹੀ। ਇੱਥੇ ਮੈਨੂੰ ਇੱਕ ਮਿਸਾਲ ਯਾਦ ਆਉਂਦੀ ਆ ਕਿ ਇੱਕ ਸ਼ਾਹੂਕਾਰ ਦੇ ਕੋਲ, ਇੱਕ ਸਰਮਾਏਦਾਰ ਦੇ ਕੋਲ ਇੱਕ ਨੌਕਰ ਸੀ ਤੇ ਉਹ ਸਰਮਾਏਦਾਰ ਨੌਕਰ ਨੂੰ ਕਹਿਣ ਲੱਗਾ ਕਿ ਤੂੰ ਮੇਰੀ ਬਹੁਤ ਸੇਵਾ ਕੀਤੀ ਆ, ਮੈਂ ਤੇਰੀ ਤਰੱਕੀ ਕਰਨਾ ਚਾਹੁੰਦਾ ਆ, ਤੇਰੀ ਆਮਦਨ ਦੁੱਗਣੀ ਕਰਨਾ ਚਾਹੁੰਦਾ ਆ, ਤੇਰਾ ਫਾਇਦਾ ਕਰਨਾ ਚਾਹੁੰਦਾ ਆ, ਤੂੰ ਮੇਰੀ ਬਹੁਤ ਸੇਵਾ ਕੀਤੀ। ਉਹ ਕਹਿ ਰਿਹਾ ਕੀ ਕਰਨਾ ਚਾਹੁੰਦੇ? ਕਹਿੰਦਾ ਤੂੰ ਮੇਰੀ ਗੱਲ ਮੰਨ ਜਾ, ਤੇਰਾ ਫਾਇਦਾ ਹੋ ਜਾਊਗਾ। ਕਹਿੰਦਾ ਦੱਸੋ ਕੀ ਕਰਾਂ? ਕਹਿੰਦਾ ਤੂੰ ਖੂਹ ਦੇ ਵਿੱਚ ਛਾਲ ਮਾਰ। ਕਹਿੰਦਾ ਕਿਉਂ? ਕਹਿੰਦਾ ਤੇਰਾ ਫਾਇਦਾ ਹੋ ਜਾਊਗਾ। ਕਹਿੰਦਾ ਮੈਨੂੰ ਦੱਸ ਕੀ ਫਾਇਦਾ? ਪਹਿਲਾਂ ਕਹਿੰਦਾ ਖੂਹ 'ਚ ਛਾਲ ਮਾਰ, ਫਿਰ ਮੈਂ ਦੱਸਾਂਗਾ ਕੀ ਫਾਇਦਾ ਹੋ। ਇਹ ਸਾਡੇ ਨਾਲ ਕਾਨੂੰਨ ਦੇ ਬਾਰੇ ਕਹਿ ਰਹੇ ਕਿ ਤੁਸੀਂ ਮੰਨ ਜਾਓ, ਜਦ ਤੁਸੀਂ ਲੁੱਟੇ ਜਾਓਗੇ, ਪੁੱਟੇ ਜਾਓਗੇ, ਭੁੱਖੇ ਮਰੋਗੇ, ਫਿਰ ਤੁਹਾਡਾ ਆਪਣੇ ਆਪ ਫਾਇਦਾ ਹੋ ਜਾਏਗਾ। ਦੂਸਰਾ ਸਾਨੂੰ ਕਹਿ ਰਹੇ ਆ ਕਿ ਜੇ ਕਾਨੂੰਨਾਂ ਵਿੱਚ ਕੋਈ ਤੁਹਾਨੂੰ ਗੜਬੜ ਲੱਗਦੀ ਆ, ਜੇ ਗੜਬੜ ਲੱਗਦੀ, ਜੈਸੇ ਪ੍ਰਧਾਨ ਜੀ, ਇੱਕ ਮਿੰਟ ਸੁਣੋ ਜੀ, ਪ੍ਰਧਾਨ ਜੀ ਸੁਣੋ, ਜੇ ਕਾਨੂੰਨਾਂ ਵਿੱਚ ਕੋਈ ਕਹਿੰਦੇ ਗੜਬੜ ਲੱਗਦੀ ਆ ਤਾਂ ਅਸੀਂ ਉਹ ਦਿੰਦੇ ਵਾਪਸ ਲੈ ਲੈਂਦੇ ਆ, ਘੱਟ ਕਰ ਦਿੰਦੇ ਆ। ਉਹੀ ਸ਼ਾਹੂਕਾਰ ਵਾਲੀ ਫਿਰ ਗੱਲ ਯਾਦ ਆ ਗਈ ਕਿ 100%
ਪ੍ਰਾਪਤ ਕਰ ਗਏ ਆ। ਉਹਨਾਂ ਦਾ ਬਹੁਤ ਧੰਨਵਾਦ ਕਰਦਾ, ਉਹਨਾਂ ਪ੍ਰਤੀ ਹਰ ਰੋਜ਼ ਅਰਦਾਸ ਕਰਿਆ ਕਰਦਾ। ਪਰ ਇੱਕ ਗੱਲ ਜ਼ਰੂਰ ਹੈ, ਇਹ ਕਿਸਾਨ ਸੰਘਰਸ਼ ਨੇ ਔਰ ਉਹ ਸ਼ਹੀਦੀਆਂ ਨੇ ਇੱਕ ਬਹੁਤ ਵੱਡੀ ਗੱਲ ਖੜੀ ਕਰ ਦਿੱਤੀ ਦੇਸ਼ ਦੇ ਮੂਹਰੇ, ਜਿਹੜੀ ਅੱਜ ਤੱਕ ਨੂੰ ਕੋਈ ਨਹੀਂ ਕਰ ਸਕਿਆ। ਉਹ ਇਹ ਗੱਲ ਸੀ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਕਰ ਦਿੱਤਾ, ਚਾਹੇ ਮੁਸਲਮਾਨ ਭਰਾ ਆ, ਚਾਹੇ ਸਿੱਖ ਆ, ਚਾਹੇ ਬੈਕਵਰਡ ਆ, ਚਾਹੇ ਸ਼ੈਡਿਊਲਡ ਕਾਸਟ ਆ। ਉਹ ਸਾਰੇ ਦੇ ਸਾਰੇ ਅੱਜ ਇੱਕ ਮੰਚ ਥੱਲੇ ਪਿੰਡਾਂ ਦੇ ਵਿੱਚ, ਸ਼ਹਿਰਾਂ 'ਚ, ਮੁਹੱਲਿਆਂ 'ਚ ਇਕੱਠੇ ਹੋ ਗਏ ਆ। ਉਹਨਾਂ ਨੂੰ ਪਤਾ ਲੱਗ ਗਿਆ ਜੋ ਗੁਰੂ ਸਾਹਿਬ ਕਹਿੰਦੇ ਸੀ ਕਿ ਮਾਨਸ ਕੀ ਜਾਤ ਸਭ ਇੱਕ ਹੀ ਪਹਿਚਾਨ ਹੋ, ਉਹ ਜਾਤ ਪਾਤ ਖਤਮ ਹੋ ਗਈ ਸਾਡੇ ਵਿੱਚੋਂ। ਇਸ ਕਾਰਨ ਨੂੰ ਸਾਡੇ ਸਮਾਜ ਨੂੰ ਜਿਹੜਾ ਨੂੰ ਨਹੀਂ ਸੀ ਪਤਾ, ਉਹਨਾਂ ਨੂੰ ਸੰਵਿਧਾਨ ਦਾ ਪਤਾ ਲੱਗ ਗਿਆ। ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਸਰਕਾਰ ਕੀ ਪਾਵਰ ਹੁੰਦੀ ਆ, ਕਿੱਦਾਂ ਸਰਕਾਰ ਨੂੰ ਹਿਲਾਇਆ ਜਾ ਸਕਦਾ। ਪਰ ਇੱਕ ਗੱਲ ਜ਼ਰੂਰ ਹੈ, 2-3 ਮੁਲਕਾਂ ਦੀਆਂ ਮਿਸਾਲਾਂ ਸਾਡੇ ਸਾਹਮਣੇ ਆ। ਨੇਪਾਲ ਦੇ ਵਿੱਚ ਰਾਜ ਸੀਗਾ, ਘਰਾਣੇਵਾਲੀ ਦਾ ਰਾਜ ਚੱਲ ਰਿਹਾ ਸੀਗਾ। ਰਾਜਾ ਰਾਜੇ ਦਾ ਰੱਦ ਕਰੋ, ਰੱਦ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਕਿਸਾਨ ਰੋਕੋ, ਜਿਹੜਾ ਕਿਸਾਨਾਂ ਦਾ ਜਿਹੜਾ ਆਪਣਾ ਸੰਗਠਨ ਵੱਲੋਂ, ਸੰਯੁਕਤ ਮੋਰਚੇ ਵੱਲੋਂ ਜਿਹੜਾ ਰੇਲ ਰੋਕੋ ਅੰਦੋਲਨ, ਇਹਨਾਂ ਨੇ 4 ਘੰਟੇ ਦਾ ਜਿਹੜਾ ਇਹਨਾਂ ਨੇ ਆਪਾਂ ਨੂੰ ਕਾਲ ਦਿੱਤੀ ਸੀਗੀ ਇੱਥੇ ਇਕੱਠੇ ਹੋਣ ਲਈ। ਆਪਾਂ ਉੱਥੇ ਮੋਰਚੇ ਦੇ ਇੱਥੇ ਆਪਣਾ ਕੈਂਟ ਦਾ ਜਿਹੜਾ ਰੇਲਵੇ ਸਟੇਸ਼ਨ ਆ, ਇੱਥੇ ਇਕੱਠੇ ਹੋਏ ਆ। ਇਹ ਮੋਦੀ ਸਰਕਾਰ ਦੇ ਬਹੁਤ ਵੱਡੀ ਚਪੇੜ ਆ। ਜਿਹੜੀਆਂ ਇੱਥੇ ਵੋਟਾਂ ਹੋਈਆਂ ਉਹਦੇ ਵਿੱਚ ਵੀ, ਜਿਹੜੀਆਂ ਇੱਥੇ ਆਪਣੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਹੋਰ ਵੀ ਸਟੇਟਾਂ ਵਿੱਚ, MP ਵਿੱਚ, ਜਿੱਥੇ ਜਿੱਥੇ ਵੋਟਾਂ ਹੋਈਆਂ, ਮੋਦੀ ਸਾਹਿਬ ਦੇ ਬਹੁਤ ਵੱਡੀਆਂ ਚਪੇੜਾਂ ਪੈ ਰਹੀਆਂ। ਇਹ ਉਹਨਾਂ ਨੂੰ ਇਹ ਤੋਂ ਸੀਖ ਲੈਣੀ ਚਾਹੀਦੀ ਆ। ਇਹ ਸਾਰਾ ਇਸ ਵੇਲੇ ਸਿਰਫ ਕਿਸਾਨਾਂ ਦਾ ਮਾਮਲਾ ਨਹੀਂ ਹੈਗਾ। ਕਿਸਾਨ, ਸਾਡੇ ਜਿਹੜੇ ਹਿੰਦੂ ਭਾਈਚਾਰਾ, ਸਾਡਾ ਮੁਸਲਮਾਨ ਭਾਈਚਾਰਾ, ਸਾਰੇ ਅਸੀਂ ਇਸ ਵੇਲੇ ਇਕੱਠੇ ਹੋ ਕੇ ਇੱਥੇ ਪਹੁੰਚੇ ਹਾਂ ਤੇ ਸਾਡੇ ਵਿੱਚ ਪੂਰਾ ਰੋਸ ਆ ਇਸ ਵੇਲੇ। ਇਹ ਰੋਸ ਨੂੰ ਅਸੀਂ ਰੋਸ ਮੁਜ਼ਾਹਰਾ ਕਰਨ ਨੂੰ ਇੱਥੇ ਇਕੱਠੇ ਹੋਏ ਹਾਂ। ਰੇਲਾਂ ਰੋਕੀਆਂ, ਗਾਂ ਵੀ ਜੇ ਇਹ ਮੋਦੀ ਨੇ ਸਾਡੇ ਬਿੱਲ ਵਾਪਸ ਨਾ ਕੀਤੇ, ਸਾਡੇ ਜਿਹੜੇ ਕਿਸਾਨ ਮਾਰੂ ਬਿੱਲ ਇਹ ਵਾਪਸ ਨਾ ਕੀਤੇ, ਇਹ ਮੁਜ਼ਾਹਰੇ ਤੇਜ਼ ਹੁੰਦੇ ਜਾਣਗੇ। ਗਾਂ ਇਹ ਸੰਘਰਸ਼ ਹੋਰ ਤੇਜ਼ ਹੋਊਗਾ ਤੇ ਅਸੀਂ ਇਹਨੂੰ ਪੂਰਾ ਹੁਲਾਰਾ ਦੇਵਾਂਗੇ। ਪੂਰੀ ਸੰਗਤ, ਪੂਰਾ ਪੰਜਾਬ ਨਹੀਂ, ਪੂਰਾ ਇੰਡੀਆ ਨਹੀਂ, ਬਾਹਰਲੇ ਦੇਸ਼ਾਂ ਤੋਂ ਵੀ ਸਾਰੇ ਸਾਡੇ ਨਾਲ ਆ। ਅਸੀਂ ਇਹਨੂੰ ਪੂਰਾ ਹੰਗਾਰਾ ਮਿਲਿਆ ਅੱਜ ਵੀ। ਜਿੰਨੇ ਇੱਥੇ ਬੰਦੇ ਆ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਮੋਦੀ ਸਾਹਿਬ ਨੂੰ ਫੇਰ ਅਪੀਲ ਕਰਦੇ ਹਾਂ ਹੱਲੇ ਵੀ ਇਹ ਬਿੱਲ ਵਾਪਸ ਲੈ ਲੈਣ ਤੇ ਅਸੀਂ ਇੱਥੋਂ ਘਰਾਂ ਕੋ ਜਿਹੜੇ ਆਪਣੇ ਬੈਠੇ ਆ, ਸਾਡੇ ਬਜ਼ੁਰਗ, ਸਾਡੀਆਂ ਮਾਵਾਂ ਭੈਣਾਂ ਜਿਹੜੇ ਦਿੱਲੀ ਬੈਠੇ ਆ, ਅੱਜ ਵੀ ਸੁਖੀ ਸਾਂਦੀ ਘਰੇ ਵਾਪਸ ਆ ਸਕਣ। ਉਹ ਘਰੇ ਵਾਪਸ ਆਉਣ ਤੇ ਇਹਨਾਂ ਨੂੰ ਵੀ ਸੁੱਖ ਦਾ ਸਾਹ ਮਿਲੇ। ਇਸ ਵੇਲੇ ਜਿਹੜਾ ਇਹ ਚਾਹੁੰਦੇ ਆ, ਜਿਹੜਾ ਇਹਨਾਂ ਨੂੰ ਸਭ ਤੋਂ ਵੱਡੀ ਜਿਹੜੀ ਇਹਨਾਂ ਦੀ ਜਿਹੜੀ ਹਾਰ ਹੁੰਦੀ ਆ ਵੋਟਾਂ ਦੀ, ਇਸ ਵੇਲੇ ਵੋਟਾਂ 'ਚ ਵੀ ਹਾਰ ਚੁੱਕੇ ਆ। ਇਹਨਾਂ ਨੇ ਕਿਹੜੀਆਂ ਇਹਨਾਂ ਨੇ ਮੂੰਹ ਤੇ ਚਪੇੜਾ ਖਾਣੀਆਂ। ਇਹ ਇਸ ਵੇਲੇ ਆਪਣਾ ਵੀ ਨੁਕਸਾਨ ਹੁਣ ਬਚਾਉਣ ਤੇ ਅਸੀਂ ਵੀ ਸੁੱਖੀ ਸਾਂਦੀ ਘਰ ਨੂੰ ਆ ਸਕੀਏ। ਮੋਦੀ ਸਾਹਿਬ ਨੂੰ ਅਪੀਲ ਆ ਕਿ ਇਹ ਬਿੱਲ ਵਾਪਸ ਲੈਣ, ਨਹੀਂ ਤਾਂ ਇਹ ਸੰਘਰਸ਼ ਹੋਰ ਤੇਜ਼ ਹੁੰਦਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਭ ਸੰਗਤਾਂ ਜਾਣਦੀਆਂ ਆ ਕਿ ਮੋਦੀ ਦੀਆਂ ਹਰਕਤਾਂ, ਮੋਦੀ ਦੀ ਸਰਕਾਰ ਦੀਆਂ ਹਰਕਤਾਂ, ਅੱਜ ਵੇਖ ਲਓ ਪੈਟਰੋਲ, ਅੱਜ ਵੇਖ ਲਓ ਡੀਜ਼ਲ, ਅੱਜ ਵੇਖ ਲਓ ਗੈਸ, ਕੋਈ ਇੱਕ ਸੈਕਟਰ ਤਾਂ ਇਹ ਸਰਕਾਰ ਨੇ ਛੱਡਿਆ ਹੋਵੇ। ਉਹ ਸਾਰੇ ਸੈਕਟਰਾਂ ਤੋਂ ਫੇਲ ਹੁੰਦੇ ਹੋਏ ਜੋ ਨਤੀਜੇ ਇਲੈਕਸ਼ਨਾਂ ਦੇ ਆਏ ਆ, ਉਹ ਮੋਦੀ ਸਰਕਾਰ ਦੇ ਸਾਹਮਣੇ ਆ। ਜਿੱਥੇ ਕਿਸਾਨ ਮਾਰੂ ਨੀਤੀਆਂ ਸੀ, ਉੱਥੇ ਗਰੀਬ ਮਾਰੂ ਨੀਤੀਆਂ ਵੀ ਮੋਦੀ ਸਰਕਾਰ ਨੇ ਲਾਗੂ ਕੀਤੀਆਂ ਹੋਈਆਂ। ਸੋ ਸਾਡੀ ਬੇਨਤੀ ਹੈ ਮੋਦੀ ਸਰਕਾਰ ਨੂੰ, ਮੋਦੀ ਸਾਹਿਬ ਹੁਣ ਤਾਂ ਹੋਸ਼ ਕਰੋ, ਹੁਣ ਤਾਂ ਲੋਕਾਂ ਨੂੰ ਰੋਟੀ ਖਾਣ ਜੋਗੇ ਰਹਿਣ ਦਿਓ। ਰਹਿਣ ਦੀ ਅਪੀਲ ਆ ਉਹਨਾਂ ਲਈ। ਜਿੱਥੇ ਸਾਡੇ ਕਿਸਾਨ ਰੋਜ਼ ਉੱਥੇ ਸ਼ਹੀਦੀਆਂ ਪ੍ਰਾਪਤ ਕਰਦੇ ਆ, ਸਾਡੇ ਜਵਾਨ ਸ਼ਹੀਦੀਆਂ ਪ੍ਰਾਪਤ ਕਰਦੇ ਆ। ਮੋਦੀ ਸਾਹਿਬ ਤੁਹਾਨੂੰ ਬੇਨਤੀ ਹੈ ਕਿ ਇਹ ਇੱਕ ਤੁਹਾਨੂੰ ਇਹ ਦੇਣਾ ਪੈਣਾ ਆ। ਸੋ ਸਾਡੀ ਸਾਰੀ ਸਰਕਾਰਾਂ ਨੂੰ ਅਪੀਲ ਹੈ, ਅੱਜ ਤਾਂ ਇਹ ਰੇਲਾਂ ਰੋਕੀਆਂ ਜੋ ਸਾਨੂੰ ਸਮਾਂ ਮਿਲਿਆ, ਕੱਲ ਅਸੀਂ ਹੋਰ ਵੀ ਕੋਈ ਰੋਕਾਂਗੇ। ਪੂਰੇ ਪੰਜਾਬ ਦੇ ਵਿੱਚ ਆਪਣੇ ਹੱਕਾਂ ਲਈ ਨਹੀਂ, ਪੂਰੇ ਦੇਸ਼ ਦੇ ਵਿੱਚ ਅਸੀਂ ਹੱਕਾਂ ਦੀ ਲੜਾਈ ਲੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਾਨੂੰ ਸੰਯੁਕਤ ਮੋਰਚੇ ਵੱਲੋਂ ਇੱਕ ਕਾਲ ਆਈ ਸੀ ਰੇਲ ਰੋਕੋ ਅੰਦੋਲਨ ਦੀ 12 ਤੋਂ 4 ਦੀ, ਉਹਦੇ ਵਿੱਚ ਅਸੀਂ ਕੈਂਟ ਦੇ ਰੇਲਵੇ ਸਟੇਸ਼ਨ ਤੇ ਸਾਡੀ ਡਿਊਟੀ ਲੱਗੀ ਸੀ। ਰਾਜੇਵਾਲ ਗਰੁੱਪ ਵੱਲੋਂ ਪ੍ਰਧਾਨ ਜੀ ਦੀਪਾ ਸਮਰਾ ਜੀ ਸਮਰਾਵਾਂ ਤੋਂ ਸਰਪੰਚ ਸਾਡੇ ਨਾਲ ਨੇ, ਇਹਨਾਂ ਦੀ ਅਗਵਾਈ ਦੇ ਹੇਠ ਅਸੀਂ ਸਾਰੇ ਜਾਣੇ, ਸਾਡਾ ਸਾਰਾ ਇਲਾਕਾ ਇੱਥੇ ਬੜਾ ਹੁੰਮ ਹਮਾ ਕੇ ਪਹੁੰਚਿਆ। ਹਰ ਇੱਕ ਨੇ ਪੂਰਨ ਸਹਿਯੋਗ ਦਿੱਤਾ। ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਰੇ ਮੇਰੇ ਵੀਰ ਪਹੁੰਚੇ ਨੇ। ਅਸੀਂ ਮੋਦੀ ਸਰਕਾਰ ਨੂੰ ਇੱਕ ਚੇਤਾਵਨੀ ਦਿੰਦੇ ਹਾਂ ਕਿ ਜੇ ਉਹਨਾਂ ਨੇ ਹਾਲੇ ਵੀ ਇਹ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਤੇ ਇਹ ਸੰਯੁਕਤ ਮੋਰਚੇ ਵੱਲੋਂ ਜੋ ਅਗਵਾਈ ਦੇ ਹੇਠ
ਯੋਗ ਉਹਨਾਂ ਦੀ ਅਗਵਾਈ ਦੇ ਹੇਠ ਇਹ ਹੋਰ ਮੋਰਚੇ ਨੂੰ ਤੇਜ਼ ਕੀਤਾ ਜਾਊਗਾ। ਇਹਨਾਂ ਦਾ ਹਾਲੇ ਵੀ ਇੱਕ ਗੱਲ ਦੀ ਬੇਨਤੀ ਜ਼ਰੂਰ ਕਰੂੰਗਾ ਕਿ ਜਿਨ੍ਹਾਂ ਲੋਕਾਂ ਨੇ ਬੀਜੇਪੀ ਦੇ ਕੁਝ 2-4 ਲੀਡਰ ਜਿਹੜੇ ਹਾਲੇ ਜਿੱਤੇ ਨੇ ਐਮਸੀ ਵੋਟਾਂ ਦੇ ਵਿੱਚ, ਉਹ ਜਿਨ੍ਹਾਂ ਲੋਕਾਂ ਨੇ ਵੋਟ ਪਾਈ ਉਹਨਾਂ ਨੂੰ ਹਾਲੇ ਵੀ ਸਮਝ ਜਾਣਾ ਚਾਹੀਦਾ। ਸ਼ਰਮਨਾਕ ਗੱਲ ਆ ਜਿਹੜੇ 2-4 ਲੀਡਰ ਵੀ ਇਹਨਾਂ ਦੇ ਜਿੱਤੇ ਆ। ਆਉਣ ਵਾਲੇ ਸਮੇਂ ਦੇ ਵਿੱਚ ਹਾਲੇ ਤਾਂ ਅਸੀਂ ਆਪਣੇ ਮੋਰਚੇ ਵੱਲ ਧਿਆਨ ਦੇ ਰਹੇ ਹਾਂ, ਆਉਣ ਵਾਲੇ ਦੇ ਸਮੇਂ ਦੇ ਵਿੱਚ ਇਹਨਾਂ ਦੇ ਕੈਂਡੀਡੇਟ ਵੀ ਨਹੀਂ ਖੜਨ ਦੇਵਾਂਗੇ। ਇਸ ਗੱਲ ਦਾ ਅਸੀਂ ਵਾਅਦਾ ਕਰਦੇ ਹਾਂ ਤੇ ਮੋਦੀ ਨੂੰ ਚੇਤਾਵਨੀ ਦਿੰਦੇ ਆ ਕਿ ਬੰਦੇ ਦਾ ਪੁੱਤ ਬਣ ਕੇ, ਪੰਜਾਬੀ ਭਾਸ਼ਾ 'ਚ ਬੰਦੇ ਦਾ ਪੁੱਤ ਬਣ ਕੇ ਇਹਨਾਂ ਨੂੰ ਵਾਪਸ ਲੈ ਲਾ, ਨਹੀਂ ਤਾਂ ਬਹੁਤ ਔਖਾ ਹੋਏਗਾ। ਧੰਨਵਾਦ। क्या नाम है आपका? मेरा नाम ब्रिजेश शर्मा है। कहाँ से आ रहे हो? मैं अहमदाबाद से आ रहा हूँ। कहाँ पे जा रहे हो? मैं जा रहा हूँ माता वैष्णो देवी के दर्शन करने। अभी आप ट्रेन यहाँ पे रुक गई है, आपको कोई परेशानी, कोई दिक्कत आ रही है? नहीं सर, हमें अभी इधर यहाँ पे परेशानी एक ही आ रही है कि ट्रेन अटक गई है, उसके कारण इधर प्लेटफॉर्म पे बैठना पड़ रहा है, लेकिन और कोई परेशानी नहीं है हमको इधर यहाँ पे। तो आप जैसे किसान मोर्चा हो रहा है, हाँ। ये सारे सबको पता है कि ये अगर लागू होता है कानून, लागू तो है ही वैसे, हाँ, तो इसके कारण सबको, जो गरीब से लेकर अमीर, सबको दिक्कत आएगी। तो आप इसको क्या समझते हो? सर अब ये जो किसान है, ठीक है, वो इंडिया का यानी कि भारत का अन्नदाता है, हम उनके साथ भी है, गवर्नमेंट के भी है, लेकिन दोनों ये अंदर का मसला है। अंदर के बैठ के जितना जल्दी सुलझा लोगे उतना इंडिया जल्दी आगे बढ़ जाएगा। किसान तो बात करना चाहते हैं, हाँ। किसान सुलझाना चाहते हैं, सरकार नहीं ना सुलझा सकती। ऐसा अब किसान सुलझाना चाहती है, ठीक है, किसान तैयार है, गवर्नमेंट को भी सामने से आके बात करो और अंदर से अंदर सुलझा लो। आप अंदर यहाँ पे ये प्रोटेस्ट करो, लेकिन अभी जो प्रॉब्लम हो रही है वो सबको भी है। एक ही प्रॉब्लम है कि यहाँ पे प्लेटफॉर्म पे बैठना पड़ रहा है, और कोई प्रॉब्लम नहीं, ना ही कोई प्रॉब्लम और कि कोई परेशान कर रहा है, कोई दिक्कत है और कोई ना खाने पीने किसी को कोई परेशानी नहीं। लेकिन अभी दिक्कत एक ही आ रही है कि यहाँ पे प्लेटफॉर्म पे बैठना पड़ रहा है। जो ट्रेन शाम को 5:30 बजे पहुँच जाने वाली थी, जो ऑलरेडी यानी कि तैयार करके प्लान करके आए होंगे कि भाई हम यहाँ पे से जाएंगे, इतने बजे पहुँचेंगे, और नौकरियात वाले तो इतने चले भी जाएंगे वापस दूसरे दिन, लेकिन अब वो यहाँ पे फंस गए। इससे पहले भी अनाउंस हुआ था जी। कि ट्रेन जैसे इतने टाइम बंद होगी, ये आपको पता था पहले सारा कुछ? जी नहीं, हमको जो पता था वो 2 से 4 का टाइमिंग पता था, ठीक है, लेकिन यहाँ पे आया तो पता चला कि 12 से 4 का टाइमिंग है। तो जिदा कि तुसी देख ही लिया है कि ये ਜਿਹੜੇ ਸ਼ਰਧਾਲੂ ਆ ਵੈਸ਼ਨੋ ਦੇਵੀ ਜਾ ਰਹੇ ਆ, ਪਰ ਇਹ ਕਹਿ ਰਹੇ ਕਿ ਚਲੋ ਅਸੀਂ ਲੇਟ ਹੋਏ, ਉਹਦੀ ਸਾਨੂੰ ਜ਼ਰੂਰ ਦਿੱਕਤ ਆ, ਪਰ ਕਿਸਾਨਾਂ ਵੱਲੋਂ ਜਾਂ ਪ੍ਰਸ਼ਾਦੇ ਵੱਲੋਂ ਕਿਸੇ ਵੱਲੋਂ ਕੋਈ ਦਿੱਕਤ ਨਹੀਂ। ਇਸ ਕਰਕੇ ਇਹ ਵੀ ਜਿਹੜੇ ਸਾਰਾ ਇਹੀ ਚਾਹੁੰਦੇ ਆ ਕਿ ਜਿਹੜਾ ਮਾਮਲਾ ਆ, ਜਿਹੜਾ ਮੋਰਚਾ ਹੈ, ਇਹ ਜਲਦੀ ਤੋਂ ਜਲਦੀ ਕਿਸਾਨਾਂ ਦੇ ਕਾਨੂੰਨਾਂ ਬਾਰੇ ਜੋ ਵੀ ਇਹ ਫੈਸਲਾ ਹੋਵੇ ਤਾਂ ਸਾਰੇ ਜਣੇ ਆਪਣੀ ਅਮਨ ਸ਼ਾਂਤੀ ਨਾਲ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ। ਇੱਧਰ ਆ ਗਏ ਭਾਈ ਸਾਹਿਬ। ਪ੍ਰਾਈਵੇਟ ਸਕੂਲਾਂ ਤੁਹਾਡੇ ਕੋਲ ਖੇਡਾਂ ਖੋਲ੍ਹੀਆਂ, ਮੈਨੂੰ ਦੱਸ ਦਿਓ ਕਿੰਨੇ ਕੁ ਬੱਚੇ ਅੱਜ ਉਹ ਪ੍ਰਾਈਵੇਟ ਸਕੂਲਾਂ ਚੰਗੀ ਥਾਂ 'ਤੇ ਪਹੁੰਚਦੇ, ਦੱਸੋ ਮੈਨੂੰ ਜਰਾ। ਇਹ ਬਹੁਤ ਕਿ ਜਦੋਂ ਤੁਸੀਂ ਸਿੱਖਿਆ ਲੈਣੀ ਆ, ਉਹ ਤੁਸੀਂ ਆਪਣੇ ਫਾਇਦੇ ਲਈ ਲੈਣਾ, ਕਿਉਂਕਿ ਸਾਨੂੰ ਵਿਰਾਸਤ ਮਿਲਣੀ ਤਾਂ ਅਸੀਂ ਪੈਦਾ ਕਰਦੀ ਆ। ਜੇ ਅਸੀਂ ਇੱਕ ਭਾਸ਼ਾ ਦੀ ਸ਼ਾਨ ਦੇ ਉੱਤੇ ਅਸੀਂ 85% ਲੋਕ ਇਕੱਠੇ ਰਹਾਂਗੇ। ਉਸ ਬੰਦੇ ਨੇ ਕਿਹਾ ਕਿ ਇਹ ਤਾਂ ਬਹੁਤ ਸਿਆਣੇ ਨੇ, 50 ਸਾਲ ਲੈਣਾ, ਪਰ ਫਿਰ ਵੀ ਉਸਨੇ 34 ਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਥੇਦਾਰ ਕਸ਼ਮੀਰ ਸਿੰਘ, ਮੁੱਖ ਬੁਲਾਰਾ ਭਾਰਤੀ ਕਿਸਾਨ ਯੂਨੀਅਨ ਬਲਬੀਰ ਸਿੰਘ ਰਾਜੇਵਾਲ। ਮੈਂ ਤੁਹਾਡੇ ਚੈਨਲ ਜਿਹੜੇ ਦੱਸਣਾ ਚਾਹੁੰਦਾ ਮੋਦੀ ਸਰਕਾਰ ਨੂੰ ਕਿ ਮੋਦੀ ਸਾਹਿਬ, ਅਸੀਂ ਤੈਨੂੰ ਵੋਟਾਂ ਪਾ ਕੇ ਦੇਸ਼ ਦਾ ਰਾਜਾ ਬਣਾਇਆ, ਤੈਨੂੰ ਅਸੀਂ ਦੇਸ਼ ਦਾ ਰਾਜਾ ਬਣਾ ਕੇ ਤੈਨੂੰ ਉਹਦੇ ਵਿੱਚੋਂ ਅਸੀਂ ਕਾਤਲ ਨਹੀਂ ਦੇਖਣਾ ਚਾਹੁੰਦੇ। ਤੂੰ ਆਪਣੇ ਨੂੰ ਕਾਤਲ ਬਣ ਕੇ ਸਾਨੂੰ ਇਹ ਨਾ ਹੁਣ ਮਾਰਨ ਦੇ ਤੂੰ ਮਾਰਨ ਦੇ ਤੁਲਿਆ ਹੋਇਆ ਆ। 8 ਮਹੀਨੇ ਤੋਂ ਅਸੀਂ ਸੜਕਾਂ ਦੇ ਉੱਤੇ, ਰੇਲਵੇ ਸਟੇਸ਼ਨਾਂ ਦੇ ਉੱਤੇ ਦਿੱਲੀ ਦੇ ਘਰਾਓ ਕਰੀ ਬੈਠੇ ਆ। ਤੂੰ ਸਾਡੇ ਖਿਲਾਫ ਕਾਲੇ ਕਾਨੂੰਨ ਜਾਰੀ ਕਰਕੇ ਸਾਡੇ ਬੱਚਿਆਂ ਦਾ ਜੋ ਭਵਿੱਖ ਖਰਾਬ ਕਰਨ ਤੇ ਉਤਰੇ ਆਇਆ। ਇਹ ਕਿਸੇ ਵੀ ਕੀਮਤ ਵਿੱਚ ਇਹ ਅਸੀਂ ਤੇਰੇ ਕਾਲੇ ਕਾਨੂੰਨ ਸਹਿਣ ਨਹੀਂ ਕਰਾਂਗੇ। ਜਾਂ ਤੂੰ ਕਾਲੇ ਕਾਨੂੰਨ ਰੱਦ ਕਰ ਦੇ, ਨਹੀਂ ਤਾਂ ਜੋ ਸਾਡੇ ਸੰਯੁਕਤ ਮੋਰਚੇ ਦੀ ਕਾਲ ਆਉਂਦੀ ਆ, ਉਸ ਕਾਲ ਦੇ ਮੁਤਾਬਕ ਇਹ ਪ੍ਰੋਟੈਸਟ ਇੱਦਾਂ ਹੀ ਦੇਸ਼ ਵਿੱਚ ਪੂਰੇ ਜਾਰੀ ਰਹਿਣੇ ਆ। ਤੂੰ ਕਹਿ ਰਿਹਾ ਆ ਪੂਰੇ ਪੰਜਾਬ ਵਾਸੀਆਂ ਦਾ ਇਕੱਲਾ ਸੰਘਰਸ਼ ਕਰ ਰਹੇ ਨੇ। ਤੂੰ ਝਾਤੀ ਮਾਰ ਕੇ ਦੇਖ ਲੈ, ਅੱਜ ਪੂਰੇ ਭਾਰਤ ਦੇਸ਼ ਦਾ ਕਿਸਾਨ ਪੂਰੀ ਭਾਰਤ ਦੇਸ਼ ਦੇ ਵਿੱਚੋਂ ਟ੍ਰੇਨਾਂ ਤੇਰੀਆਂ ਰੱਦ ਕਰਕੇ ਬੈਠੇ ਆ। ਉਹਨਾਂ ਚਿਰ ਟ੍ਰੇਨਾਂ ਨਹੀਂ ਚੱਲਣਗੀਆਂ ਜਿੰਨੇ ਚਿਰ ਤੂੰ ਸਾਡੇ ਕਾਲੇ ਕਾਨੂੰਨ ਰੱਦ ਨਹੀਂ ਕਰਦਾ। ਜਦੋਂ ਸਾਡਾ ਸੰਯੁਕਤ ਮੋਰਚਾ ਸਾਨੂੰ ਕਾਲ ਦਊਗਾ, ਉਦੋਂ ਤੇਰੀਆਂ ਟ੍ਰੇਨਾਂ ਬੰਦ ਕਰਾਂਗੇ, ਉਦੋਂ ਤੇਰੀਆਂ ਸੜਕਾਂ ਹਾਈਵੇ ਜਾਮ ਕਰਾਂਗੇ। ਕਿਉਂਕਿ ਸਾਨੂੰ ਅੱਜ 12 ਤੋਂ 4 ਦੀ ਕਾਲ ਆ, 12 ਵਜੇ ਟ੍ਰੇਨ ਰੋਕੀ ਆ, 4 ਵਜੇ ਤੱਕ ਰੋਕ ਕੇ ਰੱਖਾਂਗੇ। ਸ਼ਾਂਤੀਪੂਰਵਕ ਤਰੀਕੇ ਨਾਲ ਚੱਲ ਰਹੇ ਆ ਔਰ ਸ਼ਾਂਤੀਪੂਰਵਕ ਤਰੀਕੇ ਨਾਲ ਚੱਲਾਂਗੇ। ਤੂੰ ਸਾਡੇ ਸੰਘਰਸ਼ ਨੂੰ ਖਰਾਬ ਕਰਦੇ ਹਰ ਤਰੀਕਾ ਵਰਤ ਰਿਹਾ। ਪਰ ਮੈਂ ਚੈਨਲ ਦੇ ਤੁਹਾਡੇ ਜਰੀਏ ਬੇਨਤੀ ਕਰਨੀ ਚਾਹੁੰਦਾ ਨੌਜਵਾਨਾਂ ਨੂੰ,
ਆਪਣੇ ਸਾਰੇ ਕਿਸਾਨ ਵੀਰਾਂ ਨੂੰ ਵੀ ਸਰਕਾਰਾਂ ਨੇ ਸਾਨੂੰ ਫੇਲ ਕਰਨ ਦੇ ਹਰ ਤਰੀਕਾ ਵਰਤਣਾ। ਆਪਾਂ ਸ਼ਾਂਤੀ ਬਣਾ ਕੇ ਰੱਖਣੀਆਂ, ਸ਼ਾਂਤੀ ਬਣਾ ਕੇ ਰੱਖਾਂਗੇ ਤੇ ਹਰ ਕਿਸਮ ਤੇ ਆਪਾਂ ਸੰਘਰਸ਼ ਜਿੱਤਾਂਗੇ ਜਾਂ ਮਰਾਂਗੇ, ਪਿੱਛੇ ਨਹੀਂ ਮੁੜਾਂਗੇ। ਕਾਲੇ ਕਾਨੂੰਨ ਰੱਦ ਕਰਾਉਣ ਤੱਕ ਲੜਾਈ ਜਾਰੀ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ